ਪਿਆਰੇ ਵਿਦਿਆਰਥੀਓ, ਮੈਨੂੰ ਉਮੀਦ ਹੈ ਕਿ ਤੁਹਾਡੀ 10ਵੀਂ ਜਮਾਤ ਦੀ ਬੋਰਡ ਦੀ ਸਮਾਜਿਕ ਸਿੱਖਿਆ ਪੇਪਰ ਦੀ ਤਿਆਰੀ ਚੰਗੀ ਚੱਲ ਰਹੀ ਹੋਵੇਗੀ। ਅਤੇ ਅੱਜ ਅਸੀਂ ਅਰਥ ਸ਼ਾਸਤਰ ਦੇ ਛੋਟੇ ਪ੍ਰਸ਼ਨ ਉੱਤਰ ਉਹਨਾਂ ਦੀ ਦੁਹਰਾਈ ਕਰ ਲੈਂਦੇ ਹਾਂ। ਪਹਿਲਾ ਪ੍ਰਸ਼ਨ ਹੈ, ਬਚਤ ਦੀ ਪਰਿਭਾਸ਼ਾ ਲਿਖੋ। ਆਮਦਨ ਦੀ ਖਰਚ ਤੋਂ ਅਧਿਕਤਾ ਨੂੰ ਬਚਤ ਕਿਹਾ ਜਾਂਦਾ ਹੈ। ਬਚਤ ਬਰਾਬਰ ਆਮਦਨ ਮਾਈਨਸ ਖਰਚ, ਅਤੇ ਆਮਦਨ ਵਿੱਚੋਂ ਜੇ ਅਸੀਂ ਖਰਚ ਨੂੰ ਕੱਢ ਦਈਏ ਤਾਂ ਬਚਤ ਬਚਦੀ ਹੈ। ਪ੍ਰਸ਼ਨ ਨੰਬਰ 2, ਇੱਛੁਕ ਬੇਰੁਜ਼ਗਾਰੀ ਤੋਂ ਕੀ ਭਾਵ ਹੈ? ਜਦੋਂ ਕੋਈ ਵਿਅਕਤੀ ਜਾਂ ਕਿਰਤੀ ਪ੍ਰਚਲਿਤ ਦਰ ਉੱਤੇ ਕੰਮ ਕਰਨ ਲਈ ਤਿਆਰ ਨਾ ਹੋਵੇ, ਅਰਥਾਤ ਉਸ ਨੂੰ ਕੰਮ ਤਾਂ ਮਿਲ ਰਿਹਾ ਹੈ ਅਤੇ ਪ੍ਰਚਲਿਤ ਦਰ ਦੇ ਉੱਪਰ ਮਿਹਨਤਾਨਾ ਵੀ ਮਿਲ ਰਿਹਾ ਹੈ, ਲੇਕਿਨ ਫਿਰ ਵੀ ਉਹ ਕੰਮ ਕਰਨ ਲਈ ਇੱਛੁਕ ਨਹੀਂ ਹੈ, ਤਾਂ ਇਸ ਨੂੰ ਅਸੀਂ ਇੱਛੁਕ ਬੇਰੁਜ਼ਗਾਰੀ ਕਹਿੰਦੇ ਹਾਂ। ਪ੍ਰਸ਼ਨ ਨੰਬਰ 3, ਮੌਸਮੀ ਬੇਰੁਜ਼ਗਾਰੀ ਕੀ ਹੈ? ਮੌਸਮੀ ਬੇਰੁਜ਼ਗਾਰੀ ਦਾ ਅਰਥ ਹੈ ਕਿ ਜਦੋਂ ਮੌਸਮ ਬਦਲਦਾ ਹੈ ਜਾਂ ਫੈਸ਼ਨ ਬਦਲਦਾ ਹੈ ਅਤੇ ਜਾਂ ਫਿਰ ਰੁਚੀਆਂ ਵਿੱਚ ਪਰਿਵਰਤਨ ਆਉਂਦਾ ਹੈ, ਤਾਂ ਇਸ ਦੇ ਕਾਰਨ ਜਿਹੜੀ ਬੇਰੁਜ਼ਗਾਰੀ ਪੈਦਾ ਹੁੰਦੀ ਹੈ ਉਸ ਨੂੰ ਅਸੀਂ ਮੌਸਮੀ ਬੇਰੁਜ਼ਗਾਰੀ ਕਹਿੰਦੇ ਹਾਂ। ਜਿਵੇਂ ਸਰਦੀਆਂ ਵਿੱਚ ਬਰਫ਼ ਦੇ ਕਾਰਖਾਨੇ ਬੰਦ ਹੋ ਜਾਂਦੇ ਹਨ। ਪ੍ਰਸ਼ਨ ਨੰਬਰ 4, ਰਾਸ਼ਟਰੀ ਆਮਦਨ ਤੋਂ ਕੀ ਭਾਵ ਹੈ? ਰਾਸ਼ਟਰੀ ਆਮਦਨ ਹੁੰਦੀ ਹੈ ਕਿਸੇ ਵੀ ਇੱਕ ਦੇਸ਼ ਦੇ ਸਾਰੇ ਨਾਗਰਿਕਾਂ ਦੀ ਸਾਰਿਆਂ ਸੋਮਿਆਂ ਤੋਂ, ਸਾਰਿਆਂ ਹੀ ਸਾਧਨਾਂ ਤੋਂ ਅਰਜਿਤ ਆਮਦਨ, ਜਿਸ ਵਿੱਚ ਮਜ਼ਦੂਰੀ, ਵਿਆਜ, ਲਗਾਨ ਅਤੇ ਲਾਭ ਸਾਰੇ ਹੀ ਸ਼ਾਮਿਲ ਹੁੰਦੇ ਹਨ। ਪ੍ਰਤੀ ਵਿਅਕਤੀ ਆਮਦਨ ਕੀ ਹੈ? ਕਿਸੇ ਦੇਸ਼ ਦੇ ਲੋਕਾਂ ਦੀ ਇੱਕ ਨਿਸ਼ਚਿਤ ਅਵਧੀ ਵਿੱਚ ਪ੍ਰਾਪਤ ਹੋਣ ਵਾਲੀ ਔਸਤ ਆਮਦਨ, ਇਸ ਨੂੰ ਅਸੀਂ ਪ੍ਰਤੀ ਵਿਅਕਤੀ ਆਮਦਨ ਕਹਿੰਦੇ ਹਾਂ। ਪ੍ਰਤੀ ਵਿਅਕਤੀ ਆਮਦਨ ਤੋਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਕਿਹੜਾ ਰਾਜ ਜਾਂ ਕਿਹੜਾ ਦੇਸ਼ ਸੰਪੰਨ ਹੈ। ਪ੍ਰਤੀ ਵਿਅਕਤੀ ਆਮਦਨ ਕੱਢਣ ਦਾ ਫਾਰਮੂਲਾ ਇਹ ਹੈ ਕਿ ਰਾਸ਼ਟਰੀ ਆਮਦਨ ਨੂੰ ਜਦੋਂ ਅਸੀਂ ਜਨਸੰਖਿਆ ਨਾਲ ਭਾਗ ਦੇ ਦਿੰਦੇ ਹਾਂ ਤਾਂ ਪ੍ਰਤੀ ਵਿਅਕਤੀ ਆਮਦਨ ਨਿਕਲ ਆਉਂਦੀ ਹੈ। ਇਸ ਨੂੰ ਅਸੀਂ ਔਸਤ ਆਮਦਨ ਵੀ ਕਹਿੰਦੇ ਹਾਂ। ਪ੍ਰਸ਼ਨ ਨੰਬਰ 6, ਉਪਭੋਗ ਤੋਂ ਕੀ ਭਾਵ ਹੈ? ਆਪਣੀ ਜ਼ਰੂਰਤ ਦੀ ਸੰਤੁਸ਼ਟੀ ਲਈ ਮਨੁੱਖ ਦੁਆਰਾ ਵਸਤੂਆਂ ਅਤੇ ਸੇਵਾਵਾਂ ਦੇ ਪ੍ਰਯੋਗ ਨੂੰ ਕਹਿੰਦੇ ਨੇ ਉਪਭੋਗ। ਸਾਡੀ ਕੋਈ ਜ਼ਰੂਰਤ ਹੈ ਅਤੇ ਅਸੀਂ ਸੰਤੁਸ਼ਟੀ ਚਾਹੁੰਦੇ ਹਾਂ, ਅਤੇ ਜ਼ਰੂਰਤ ਸਾਨੂੰ ਵਸਤੂਆਂ ਦੀ ਵੀ ਹੋ ਸਕਦੀ ਹੈ ਅਤੇ ਸੇਵਾਵਾਂ ਦੀ ਵੀ ਹੋ ਸਕਦੀ ਹੈ, ਅਤੇ ਜਦੋਂ ਉਸ ਨੂੰ ਪ੍ਰਯੋਗ ਕਰਨ ਤੋਂ ਬਾਅਦ ਜਿਹੜੀ ਸਾਨੂੰ ਸੰਤੁਸ਼ਟੀ ਮਿਲਦੀ ਹੈ ਉਸ ਨੂੰ ਅਸੀਂ ਉਪਭੋਗ ਕਹਿੰਦੇ ਹਾਂ। ਨਿਵੇਸ਼ ਦੀ ਪਰਿਭਾਸ਼ਾ ਲਿਖੋ। ਇੱਕ ਲੇਖਾ ਸਾਲ ਵਿੱਚ, ਲੇਖਾ ਸਾਲ ਦਾ ਮਤਲਬ ਅਪ੍ਰੈਲ ਤੋਂ ਲੈ ਕੇ ਅਗਲੇ ਸਾਲ ਦੇ ਮਾਰਚ ਤੱਕ ਦਾ ਸਮਾਂ, ਉਤਪਾਦਨ ਦੇ ਉਪਭੋਗ ਤੇ ਜਿਹੜਾ ਵਾਧਾ ਹੁੰਦਾ ਹੈ ਉਸ ਨੂੰ ਅਸੀਂ ਨਿਵੇਸ਼ ਕਹਿੰਦੇ ਹਾਂ। ਪੂੰਜੀ ਨਿਰਮਾਣ ਤੋਂ ਕੀ ਭਾਵ ਹੈ? ਪੂੰਜੀ ਵਿੱਚ ਹੋਣ ਵਾਲੇ ਵਾਧੇ ਨੂੰ ਪੂੰਜੀ ਨਿਰਮਾਣ ਕਿਹਾ ਜਾਂਦਾ ਹੈ। ਛੁਪੀ ਹੋਈ ਬੇਰੁਜ਼ਗਾਰੀ ਤੋਂ ਕੀ ਭਾਵ ਹੈ? ਕਿਸੇ ਵਿਸ਼ੇਸ਼ ਆਰਥਿਕ ਖੇਤਰ ਵਿੱਚ ਉਤਪਾਦਨ ਦੇ ਲਈ ਲੋੜ ਤੋਂ ਵੱਧ ਗਿਣਤੀ ਵਿੱਚ ਲੱਗੇ ਹੋਏ ਮਜ਼ਦੂਰ ਹੋਣ ਤਾਂ ਇਸ ਨੂੰ ਅਸੀਂ ਛੁਪੀ ਹੋਈ ਬੇਰੁਜ਼ਗਾਰੀ ਕਹਿੰਦੇ ਹਾਂ। ਜੇਕਰ ਕਿਸੇ ਕੰਮ ਨੂੰ 10 ਵਿਅਕਤੀ ਕਰ ਸਕਦੇ ਨੇ ਲੇਕਿਨ ਉਸ ਕੰਮ ਵਿੱਚ 15 ਵਿਅਕਤੀ ਲੱਗੇ ਹੋਏ ਨੇ, ਤਾਂ ਜਿਹੜੇ 5 ਵਿਅਕਤੀ ਨੇ ਜਿਨ੍ਹਾਂ ਨੂੰ ਹਟਾਇਆ ਵੀ ਜਾ ਸਕਦਾ ਹੈ ਅਤੇ ਕੰਮ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ, ਤਾਂ ਇਹ 5 ਵਿਅਕਤੀ ਕੌਣ ਹੋਣਗੇ? ਛੁਪੇ ਹੋਏ ਬੇਰੁਜ਼ਗਾਰ। ਪ੍ਰਸ਼ਨ ਨੰਬਰ 10, ਪੂਰਨ ਰੁਜ਼ਗਾਰ ਤੋਂ ਕੀ ਭਾਵ ਹੈ? ਪੂਰਨ ਰੁਜ਼ਗਾਰ ਉਹ ਅਵਸਥਾ ਹੈ ਜਿਸ ਵਿੱਚ ਸਾਰੇ ਵਿਅਕਤੀ ਜੋ ਕੰਮ ਕਰਨ ਦੇ ਲਈ ਇੱਛੁਕ ਵੀ ਹਨ ਅਤੇ ਉਹਨਾਂ ਨੂੰ ਮਿਹਨਤਾਨਾ ਪ੍ਰਚਲਿਤ ਦਰ ਦੇ ਉੱਤੇ ਮਿਲ ਰਿਹਾ ਹੈ ਅਤੇ ਉਹ ਕੰਮ ਕਰਨ ਲਈ ਤਿਆਰ ਵੀ ਨੇ। ਇਸ ਨੂੰ ਅਸੀਂ ਪੂਰਨ ਰੁਜ਼ਗਾਰ ਦੀ ਅਵਸਥਾ ਕਹਿੰਦੇ ਹਾਂ। ਸਰਕਾਰੀ ਬਜਟ ਕੀ ਹੁੰਦਾ ਹੈ? ਸਰਕਾਰ ਦੁਆਰਾ ਪ੍ਰਸਤਾਵਿਤ ਸਾਲਾਨਾ ਆਮਦਨ ਅਤੇ ਖਰਚ ਦਾ ਬਿਊਰਾ, ਉਸ ਨੂੰ ਸਰਕਾਰੀ ਬਜਟ ਕਹਿੰਦੇ ਹਾਂ। ਸਰਕਾਰੀ ਬਜਟ ਆਮ ਤੌਰ 'ਤੇ ਫਰਵਰੀ ਮਹੀਨੇ ਵਿੱਚ ਪੇਸ਼ ਕੀਤਾ ਜਾਂਦਾ ਹੈ ਅਤੇ ਸਰਕਾਰੀ ਬਜਟ ਦੇ ਵਿੱਚ ਜਿਹੜਾ ਅਗਲਾ ਆਉਣ ਵਾਲਾ ਲੇਖਾ ਸਾਲ ਹੈ ਉਸ ਦੇ ਵਿੱਚ ਕਿਹੜੇ ਵੱਖ-ਵੱਖ ਸੋਮਿਆਂ ਤੋਂ ਆਮਦਨ ਅਰਜਿਤ ਕੀਤੀ ਜਾਏਗੀ ਅਤੇ ਕਿਹਨਾਂ ਮਦਾਂ ਦੇ ਉੱਪਰ ਖਰਚੇ ਕੀਤੇ ਜਾਣਗੇ, ਇਸ ਨੂੰ ਅਸੀਂ ਸਰਕਾਰੀ ਬਜਟ ਕਹਿੰਦੇ ਹਾਂ। ਘਾਟੇ ਦੀ ਵਿੱਤ ਵਿਵਸਥਾ ਤੋਂ ਕੀ ਭਾਵ ਹੈ? ਆਮਦਨ ਤੋਂ ਖਰਚ ਵੱਧ ਹੋਣ ਤੇ ਘਾਟੇ ਦੀ ਪੂਰਤੀ ਲਈ ਨਵੀਂ ਮੁਦਰਾ ਦਾ ਜਾਰੀ ਕਰਨਾ
ਘਾਟੇ ਦੀ ਵਿੱਤ ਵਿਵਸਥਾ ਅਖਵਾਉਂਦਾ ਹੈ। ਯਾਨੀ ਕਿ ਆਮਦਨ ਘੱਟ ਹੈ ਅਤੇ ਖਰਚ ਹੈਗਾ ਜ਼ਿਆਦਾ, ਤੇ ਇਹ ਜਿਹੜਾ ਘਾਟਾ ਪੈ ਰਿਹਾ ਹੈ ਇਸ ਨੂੰ ਪੂਰਾ ਕਰਨ ਵਾਸਤੇ ਨਵੀਂ ਮੁਦਰਾ ਛਾਪੀ ਜਾ ਰਹੀ ਹੈ ਤੇ ਇਸ ਨੂੰ ਅਸੀਂ ਘਾਟੇ ਦੀ ਵਿੱਤ ਵਿਵਸਥਾ ਕਹਿੰਦੇ ਹਾਂ। ਵਿਦੇਸ਼ੀ ਸਹਾਇਤਾ ਤੋਂ ਕੀ ਭਾਵ ਹੈ? ਕਿਸੇ ਦੇਸ਼ ਵਿੱਚ ਵਿਦੇਸ਼ੀ ਸਰਕਾਰ ਦੁਆਰਾ, ਨਿੱਜੀ ਵਿਅਕਤੀਆਂ ਦੁਆਰਾ, ਵਿਦੇਸ਼ੀ ਬੈਂਕਾਂ ਦੁਆਰਾ, ਅੰਤਰਰਾਸ਼ਟਰੀ ਸੰਸਥਾਵਾਂ ਦੁਆਰਾ ਪੂੰਜੀ ਦੇ ਨਿਵੇਸ਼ ਕਰਜ਼ਿਆਂ ਅਤੇ ਅਨੁਦਾਨਾਂ ਤੋਂ ਹੈ। ਵਿਦੇਸ਼ੀ ਸਹਾਇਤਾ ਵਿੱਚ ਕੀ ਹੁੰਦਾ ਹੈ ਕਿ ਵਿਦੇਸ਼ੀ ਸਰਕਾਰ ਕੋਈ ਵੀ ਹੋਰ ਦੇਸ਼ ਜਦੋਂ ਕਿਸੇ ਦੂਸਰੇ ਦੇਸ਼ ਦੀ ਸਹਾਇਤਾ ਕਰਦਾ ਹੈ ਵੱਖ-ਵੱਖ ਰੂਪਾਂ ਵਿੱਚ, ਕਿਸ ਤਰ੍ਹਾਂ? ਜਾਂ ਤਾਂ ਕੋਈ ਨਿੱਜੀ ਵਿਅਕਤੀ ਕਰਨਗੇ, ਜਾਂ ਵਿਦੇਸ਼ੀ ਬੈਂਕ ਸਹਾਇਤਾ ਕਰਨਗੇ, ਜਾਂ ਅੰਤਰਰਾਸ਼ਟਰੀ ਸੰਸਥਾਵਾਂ ਜਿਵੇਂ IMF, ਉਹ ਆਪਣੀ ਪੂੰਜੀ ਜਿਹੜੀ ਹੈ ਉਹ ਕਰਜ਼ਿਆਂ ਦੇ ਰੂਪ ਵਿੱਚ ਜਾਂ ਅਨੁਦਾਨਾਂ ਦੇ ਰੂਪ ਵਿੱਚ ਲੋੜਵੰਦ ਦੇਸ਼ ਨੂੰ ਦਿੰਦੇ ਹਨ, ਤਾਂ ਉਸ ਨੂੰ ਵਿਦੇਸ਼ੀ ਸਹਾਇਤਾ ਕਹਿੰਦੇ ਹਨ। ਰਾਜਕੋਸ਼ੀ ਨੀਤੀ ਤੋਂ ਕੀ ਭਾਵ ਹੈ? ਸਰਕਾਰ ਦੀ ਆਮਦਨ, ਕਰਜ਼, ਖਰਚਿਆਂ ਸੰਬੰਧੀ ਨੀਤੀ ਨੂੰ ਕਹਿੰਦੇ ਨੇ ਰਾਜਕੋਸ਼ੀ ਨੀਤੀ। ਯਾਨੀ ਕਿ ਕੋਈ ਵੀ ਸਰਕਾਰ ਜਾਂ ਕੋਈ ਵੀ ਰਾਜ ਜਦੋਂ ਕੋਈ ਅਜਿਹੀ ਨੀਤੀ ਬਣਾਉਂਦਾ ਹੈ ਜਿਸ ਵਿੱਚ ਆਮਦਨ, ਕਰਜ਼, ਖਰਚੇ ਆਦਿ ਸੰਬੰਧੀ ਕੋਈ ਨਵੀਂ ਨੀਤੀ ਨਿਰਧਾਰਿਤ ਕੀਤੀ ਜਾਵੇ ਤਾਂ ਉਸ ਨੂੰ ਰਾਜਕੋਸ਼ੀ ਨੀਤੀ ਕਹਿੰਦੇ ਹਨ। ਆਰਥਿਕ ਆਧਾਰਿਕ ਸੰਰਚਨਾਵਾਂ ਤੋਂ ਕੀ ਭਾਵ ਹੈ? ਉਹ ਸਹੂਲਤਾਂ ਅਤੇ ਸੇਵਾਵਾਂ ਨੂੰ ਆਰਥਿਕ ਆਧਾਰਿਕ ਸੰਰਚਨਾ ਕਿਹਾ ਜਾਂਦਾ ਹੈ ਜੋ ਉਤਪਾਦਨ ਤੇ ਵਿਤਰਨ ਪ੍ਰਣਾਲੀ ਨੂੰ ਪ੍ਰਤੱਖ ਰੂਪ ਵਿੱਚ ਪ੍ਰਭਾਵਿਤ ਕਰਦੀਆਂ ਹਨ। ਕਿਸੇ ਵੀ ਦੇਸ਼ ਦਾ ਵਿਕਾਸ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਆਰਥਿਕ ਆਧਾਰਿਕ ਸੰਰਚਨਾਵਾਂ ਕਿੰਨੀਆਂ ਕੁ ਵਿਕਸਿਤ ਹਨ, ਜਿਵੇਂ ਸੜਕਾਂ, ਆਵਾਜਾਈ, ਸਿੰਜਾਈ, ਬਿਜਲੀ, ਬੈਂਕਿੰਗ ਸੇਵਾਵਾਂ। ਇਹ ਸਭ ਆਰਥਿਕ ਆਧਾਰਿਕ ਸੰਰਚਨਾਵਾਂ ਨੇ। ਕੋਈ ਵੀ ਦੇਸ਼ ਜਿਹੜਾ ਕਿ ਹੁਣ ਵਿਕਾਸ ਕਰਨਾ ਚਾਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਆਪਣੀਆਂ ਇਹਨਾਂ ਆਰਥਿਕ ਆਧਾਰਿਕ ਸੰਰਚਨਾਵਾਂ ਨੂੰ ਮਜ਼ਬੂਤ ਕਰੇਗਾ। ਇਸ ਨੂੰ ਅਸੀਂ ਇਨਫਰਾਸਟ੍ਰਕਚਰ ਵੀ ਕਹਿੰਦੇ ਹਾਂ। ਪ੍ਰਸ਼ਨ ਨੰਬਰ 16, ਭਾਰਤ ਦੀਆਂ ਮੁੱਖ ਗੈਰ ਬੈਂਕਿੰਗ ਸੰਸਥਾਵਾਂ ਦੇ ਨਾਮ ਦੱਸੋ। ਯੂਨਿਟ ਟਰਸਟ ਆਫ ਇੰਡੀਆ, ਭਾਰਤੀ ਜੀਵਨ ਬੀਮਾ ਨਿਗਮ, UTI ਅਤੇ LIC, ਇਹ ਦੋ ਮੁੱਖ ਰੂਪ ਵਿੱਚ ਗੈਰ ਬੈਂਕਿੰਗ ਸੰਸਥਾਵਾਂ ਹਨ। ਭਾਰਤ ਦੀ ਮੁੱਖ ਆਰਥਿਕ ਸੰਰਚਨਾਵਾਂ ਕਿਹੜੀਆਂ ਹਨ? ਇਹਨਾਂ ਬਾਰੇ ਅਸੀਂ ਹੁਣੇ ਗੱਲ ਕੀਤੀ ਸੀ। ਯਾਤਾਯਾਤ ਤੇ ਸੰਚਾਰ ਦੇ ਸਾਧਨ, ਬਿਜਲੀ, ਸਿੰਜਾਈ, ਮੁਦਰਾ ਪੂਰਤੀ ਅਤੇ ਬੈਂਕਿੰਗ ਸੰਸਥਾਵਾਂ, ਇਹਨਾਂ ਸਾਰਿਆਂ ਨੂੰ ਅਸੀਂ ਆਰਥਿਕ ਸੰਰਚਨਾਵਾਂ ਕਹਿੰਦੇ ਹਾਂ। ਪ੍ਰਸ਼ਨ 18, ਭਾਰਤ ਵਿੱਚ ਯਾਤਾਯਾਤ ਦੇ ਸਾਧਨ ਕਿਹੜੇ ਹਨ? ਯਾਤਾਯਾਤ ਦੇ ਮੁੱਖ ਰੂਪ ਵਿੱਚ ਸਾਧਨ 4 ਹਨ: ਰੇਲਵੇਜ਼, ਸੜਕਾਂ, ਜਲ ਆਵਾਜਾਈ ਅਤੇ ਹਵਾਈ ਯਾਤਾਯਾਤ। ਸਿੰਜਾਈ ਤੋਂ ਕੀ ਭਾਵ ਹੈ? ਜ਼ਮੀਨ ਨੂੰ ਬਨਾਵਟੀ ਸਾਧਨਾਂ ਦੁਆਰਾ ਜਦੋਂ ਅਸੀਂ ਪਾਣੀ ਦਿੰਦੇ ਹਾਂ ਤਾਂ ਇਸ ਨੂੰ ਅਸੀਂ ਸਿੰਜਾਈ ਕਹਿੰਦੇ ਹਾਂ। ਜਿਵੇਂ ਖੂਹਾਂ ਦੁਆਰਾ ਪਾਣੀ ਦੇਣਾ, ਨਹਿਰਾਂ ਦੁਆਰਾ, ਟਿਊਬਵੈੱਲ, ਸਮਰਸੀਬਲ ਲਗਾ ਕੇ ਅਸੀਂ ਖੇਤਾਂ ਨੂੰ ਪਾਣੀ ਦਿੰਦੇ ਹਾਂ ਤਾਂ ਇਸ ਨੂੰ ਸਿੰਜਾਈ ਕਿਹਾ ਜਾਂਦਾ ਹੈ। ਭਾਰਤੀ ਰਿਜ਼ਰਵ ਬੈਂਕ 'ਤੇ ਟਿੱਪਣੀ ਲਿਖੋ। ਭਾਰਤ ਵਿੱਚ ਇੱਕ ਕੇਂਦਰੀ ਬੈਂਕ ਹੈ ਜਿਸ ਦੀ ਸਥਾਪਨਾ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ 1935 ਵਿੱਚ ਕੀਤੀ ਗਈ ਸੀ। ਇਸ ਨੂੰ RBI ਜਾਂ ਭਾਰਤੀ ਰਿਜ਼ਰਵ ਬੈਂਕ ਕਿਹਾ ਜਾਂਦਾ ਹੈ। ਇਸ ਦੇ ਮੁੱਖ ਕੰਮ ਕੀ ਨੇ? ਨੋਟ ਜਾਰੀ ਕਰਨਾ, ਯਾਨੀ ਕਿ ਕਰੰਸੀ ਨੂੰ ਛਾਪਣਾ ਇਸ ਦਾ ਮੁੱਖ ਕੰਮ ਹੈ। ਬੈਂਕਿੰਗ ਪ੍ਰਣਾਲੀ ਨੂੰ ਨਿਯਮਿਤ ਕਰਨਾ, ਜਿੰਨੇ ਵੀ ਬੈਂਕ ਨੇ ਭਾਰਤ ਵਿੱਚ ਉਹਨਾਂ ਸਾਰਿਆਂ ਨੂੰ ਰੈਗੂਲੇਟ ਕਰਨ ਦਾ ਕੰਮ RBI ਕਰਦਾ ਹੈ। ਅਤੇ ਸਾਖ ਨਿਯੰਤਰਿਤ ਕਰਨਾ, ਇਹ ਸਾਰੇ ਮਹੱਤਵਪੂਰਨ ਕੰਮ RBI ਕਰਦੀ ਹੈ। ਭਾਰਤ ਦਾ ਕੋਈ ਇੱਕ ਭੂਮੀ ਸੁਧਾਰ ਦੱਸੋ। ਜਦੋਂ ਭਾਰਤ ਆਜ਼ਾਦ ਹੋਇਆ ਸੀ ਤਾਂ ਸਭ ਤੋਂ ਪਹਿਲਾਂ ਭਾਰਤ ਵਿੱਚ ਕੁਝ ਭੂਮੀ ਸੁਧਾਰ ਕੀਤੇ ਗਏ ਸੀ ਤਾਂ ਕਿ ਕਿਸਾਨਾਂ ਦੀ, ਗਰੀਬ ਲੋੜਵੰਦ ਕਿਸਾਨਾਂ ਦੀ ਹਾਲਤ ਨੂੰ ਸੁਧਾਰਿਆ ਜਾ ਸਕੇ। ਉਹਨਾਂ ਵਿੱਚੋਂ ਪਹਿਲਾ ਜਾਂ ਪ੍ਰਮੁੱਖ ਹੈ ਕਾਸ਼ਤਕਾਰੀ ਪ੍ਰਥਾ ਵਿੱਚ ਸੁਧਾਰ ਕਰਨਾ। ਰਾਸ਼ਟਰੀ ਆਮਦਨ ਵਿੱਚ ਖੇਤੀਬਾੜੀ ਦਾ ਅੰਸ਼ ਕਿੰਨਾ ਹੈ? ਰਾਸ਼ਟਰੀ ਆਮਦਨ ਬਾਰੇ ਅਸੀਂ ਹੁਣੇ ਪਿੱਛੇ ਪੜ੍ਹਿਆ ਸੀ ਕਿ ਵੱਖ-ਵੱਖ ਸੋਮਿਆਂ ਤੋਂ ਜਾਂ ਸਾਧਨਾਂ ਤੋਂ ਦੇਸ਼ ਦੀ ਜਿਹੜੀ ਆਮਦਨ, ਕੁੱਲ ਆਮਦਨ ਹੁੰਦੀ ਉਸ ਨੂੰ ਰਾਸ਼ਟਰੀ ਆਮਦਨ ਕਹਿੰਦੇ ਹਨ। ਉਸ ਵਿੱਚ ਖੇਤੀਬਾੜੀ ਦਾ ਜਿਹੜਾ ਅੰਸ਼ ਹੈ ਉਹ ਲਗਭਗ 17% ਹੈ।
ਪ੍ਰਸ਼ਨ ਨੰਬਰ 23, ਭਾਰਤ ਦੀ ਖੇਤੀ ਦੇ ਪਿਛੜੇਪਣ ਦੇ ਕੀ ਕਾਰਨ ਹਨ? ਭਾਰਤ ਵਿੱਚ ਖੇਤੀਬਾੜੀ ਸਾਡਾ ਮੁੱਖ ਰੁਜ਼ਗਾਰ ਹੈ, ਜਿਹੜਾ ਕਿ ਪ੍ਰਾਚੀਨ ਸਮਿਆਂ ਤੋਂ ਚੱਲਿਆ ਆ ਰਿਹਾ ਹੈ ਅਤੇ ਹੁਣ ਵੀ ਭਾਰਤ ਦੇ ਲਗਭਗ 70% ਲੋਕ ਖੇਤੀਬਾੜੀ ਕਰਦੇ ਹਨ, ਪਰ ਇਹ ਹਾਲੇ ਵੀ ਬੈਕਵਰਡ ਹੈ। ਬਾਕੀ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਹਾਲੇ ਵੀ ਅਸੀਂ ਖੇਤੀਬਾੜੀ ਦੇ ਖੇਤਰ ਵਿੱਚ ਪਛੜੇ ਹੋਏ ਹਾਂ। ਅਤੇ ਉਸ ਦੇ ਮੁੱਖ ਕਾਰਨ ਪਹਿਲਾਂ ਤਾਂ ਇਹ ਹੈ ਕਿ ਸਿੰਜਾਈ ਸਹੂਲਤਾਂ ਦੀ ਕਮੀ। ਵੀ ਪੂਰੇ ਦੇਸ਼ ਵਿੱਚ ਹਰੇਕ ਜਗ੍ਹਾ ਜਿੱਥੇ ਖੇਤੀਬਾੜੀ ਕੀਤੀ ਜਾਂਦੀ ਹੈ ਉੱਥੇ ਸਿੰਜਾਈ ਦੀ ਫੈਸਿਲਿਟੀ ਹਰ ਜਗ੍ਹਾ ਅਵੇਲੇਬਲ ਨਹੀਂ ਹੈ। ਚੰਗੇ ਬੀਜਾਂ ਅਤੇ ਰਸਾਇਣਿਕ ਖਾਦਾਂ ਦੀ ਵੀ ਕਮੀ ਹੈ, ਜਿਸ ਕਰਕੇ ਸਾਡੀ ਖੇਤੀ ਪਿੱਛੇ ਰਹਿ ਜਾਂਦੀ ਹੈ। ਮੁੱਢਲੇ ਉਦਯੋਗਾਂ ਦੇ ਨਾਮ ਦੱਸੋ। ਮੁੱਢਲੇ ਉਦਯੋਗ ਉਹ ਹੁੰਦੇ ਹਨ ਜਿਨ੍ਹਾਂ ਦੇ ਆਧਾਰ 'ਤੇ ਹੋਰ ਉਦਯੋਗ ਕੰਮ ਕਰਦੇ ਹਨ। ਲੋਹਾ ਅਤੇ ਇਸਪਾਤ ਉਦਯੋਗ, ਰਸਾਇਣਿਕ ਉਦਯੋਗ, ਇਹ ਮੁੱਢਲੇ ਉਦਯੋਗਾਂ ਦੀਆਂ ਉਦਾਹਰਨਾਂ ਹਨ। ਪ੍ਰਸ਼ਨ ਨੰਬਰ 25, ਲਘੂ ਅਤੇ ਵੱਡੇ ਉਦਯੋਗਾਂ ਦੀ ਕ੍ਰਮਵਾਰ ਮੁਸ਼ਕਲਾਂ ਕਿਹੜੀਆਂ ਹਨ? ਵਿੱਤ ਦੀ ਸਮੱਸਿਆ, ਯਾਨੀ ਕਿ ਕੋਈ ਵੀ ਉਦਯੋਗ ਚਾਹੇ ਉਹ ਛੋਟਾ ਹੈ ਤੇ ਭਾਵੇਂ ਵੱਡਾ ਹੈ, ਸਭ ਤੋਂ ਪਹਿਲਾਂ ਉਸ ਨੂੰ ਧਨ ਦੀ ਲੋੜ ਹੁੰਦੀ ਹੈ, ਜਿਹੜਾ ਕਿ ਬੈਂਕਿੰਗ ਸੰਸਥਾਵਾਂ ਦੁਆਰਾ ਪ੍ਰਦਾਨ ਕੀਤਾ ਜਾਂਦਾ ਹੈ। ਲੇਕਿਨ ਵਿੱਤ ਦੀ ਸਮੱਸਿਆ ਜਾਂ ਧਨ ਦੀ ਸਮੱਸਿਆ ਬਣੀ ਹੀ ਰਹਿੰਦੀ ਹੈ। ਦੂਸਰਾ, ਮਾਲਿਕ ਅਤੇ ਮਜ਼ਦੂਰ ਦਾ ਝਗੜਾ। ਪ੍ਰਸ਼ਨ ਨੰਬਰ 26, ਭਾਰਤ ਵਿੱਚ ਉਦਯੋਗੀਕਰਨ ਨੀਤੀ ਕਦੋਂ ਲਾਗੂ ਹੋਈ? ਭਾਰਤ ਵਿੱਚ ਉਦਯੋਗੀਕਰਨ ਨਾਲ ਸੰਬੰਧਿਤ ਜਿਹੜੀ ਨੀਤੀ ਹੈ 1991 ਵਿੱਚ ਲਾਗੂ ਕੀਤੀ ਗਈ ਸੀ। ਉਪਭੋਗਤਾ ਸੁਰੱਖਿਆ ਐਕਟ ਕਦੋਂ ਪਾਸ ਹੋਇਆ? 1986 ਦੇ ਵਿੱਚ ਉਪਭੋਗਤਾ ਦੇ ਅਧਿਕਾਰਾਂ ਦੀ ਰਾਖੀ ਕਰਨ ਵਾਸਤੇ ਇੱਕ ਸੁਰੱਖਿਆ ਐਕਟ ਪਾਸ ਕੀਤਾ ਗਿਆ ਸੀ, ਜਿਸ ਦੀ ਬਹੁਤ ਲੋੜ ਸੀ ਤਾਂ ਕਿ ਉਪਭੋਗਤਾ ਨੂੰ ਫੈਕਟਰੀ ਮਾਲਕਾਂ ਦੇ ਦੁਆਰਾ ਜਾਂ ਵੱਡੇ ਵਪਾਰੀਆਂ ਦੇ ਦੁਆਰਾ ਕੀਤੇ ਜਾਣ ਵਾਲੇ ਸ਼ੋਸ਼ਣ ਤੋਂ ਬਚਾਇਆ ਜਾ ਸਕੇ। ਪ੍ਰਸ਼ਨ ਨੰਬਰ 28, ਭਾਰਤ ਦੇ ਮੁੱਖ ਨਿਰਯਾਤ ਅਤੇ ਆਯਾਤ ਦੱਸੋ। ਭਾਰਤ ਦੂਸਰੇ ਦੇਸ਼ਾਂ ਦੇ ਨਾਲ ਵਪਾਰ ਕਰਦਾ ਹੈ ਅਤੇ ਉਹ ਕੁਝ ਚੀਜ਼ਾਂ ਜਿਹੜੀਆਂ ਦੀ ਲੋੜ ਸਾਨੂੰ ਹੁੰਦੀ ਹੈ ਉਹਨਾਂ ਨੂੰ ਅਸੀਂ ਆਯਾਤ ਕਰਦੇ ਹਾਂ, ਅਤੇ ਜਿਹੜੀਆਂ ਵਸਤਾਂ ਸਾਡੇ ਕੋਲ ਵੱਧ ਹੁੰਦੀਆਂ ਹਨ ਅਸੀਂ ਉਹਨਾਂ ਨੂੰ ਨਿਰਯਾਤ ਕਰਦੇ ਹਾਂ। ਤੋਂ ਭੇਜਣ ਨੂੰ ਨਿਰਯਾਤ ਕਹਿੰਦੇ ਹਨ ਅਤੇ ਮੰਗਵਾਉਣ ਨੂੰ ਆਯਾਤ ਕਹਿੰਦੇ ਹਨ। ਆਯਾਤ ਅਸੀਂ ਕਰਦੇ ਹਾਂ ਪੈਟਰੋਲੀਅਮ ਦਾ, ਮਸ਼ੀਨਰੀ ਦਾ, ਅਤੇ ਨਿਰਯਾਤ ਗਰਮ ਮਸਾਲੇ, ਚਾਹ। ਪ੍ਰਸ਼ਨ ਨੰਬਰ 29, ਵਿਦੇਸ਼ੀ ਵਪਾਰ ਅਤੇ ਆਯਾਤ ਤੇ ਨਿਰਯਾਤ ਤੋਂ ਕੀ ਭਾਵ ਹੈ? ਵਿਦੇਸ਼ ਦੇ ਬਾਰੇ ਹੁਣੇ ਗੱਲ ਕੀਤੀ ਸੀ ਕਿ ਵਿਦੇਸ਼ੀ ਵਪਾਰ ਜੋ ਅਸੀਂ ਵੱਖ-ਵੱਖ ਦੇਸ਼ਾਂ ਦੇ ਨਾਲ ਕਰਦੇ ਹਾਂ, ਜਿਹੜੀਆਂ ਵਸਤਾਂ ਅਸੀਂ ਦੂਸਰੇ ਦੇਸ਼ਾਂ ਤੋਂ ਮੰਗਵਾਉਂਦੇ ਹਾਂ ਉਸ ਨੂੰ ਆਯਾਤ ਕਹਿੰਦੇ ਹਨ, ਅਤੇ ਜਿਹੜੀਆਂ ਵਸਤਾਂ ਅਸੀਂ ਦੂਸਰੇ ਦੇਸ਼ਾਂ ਨੂੰ ਭੇਜਦੇ ਹਾਂ ਉਸ ਨੂੰ ਅਸੀਂ ਨਿਰਯਾਤ ਕਹਿੰਦੇ ਹਾਂ। ਪ੍ਰਸ਼ਨ ਨੰਬਰ 30, ਪਹਿਲੀ 5 ਸਾਲਾ ਯੋਜਨਾ ਦਾ ਸਮਾਂ ਕੀ ਸੀ? 1947 ਵਿੱਚ ਅੰਗਰੇਜ਼ ਸਾਡੇ ਦੇਸ਼ ਨੂੰ ਛੋੜ ਕੇ ਚਲੇ ਗਏ ਅਤੇ ਦੇਸ਼ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਵਿਕਾਸ ਕਰਨ ਲਈ ਅਸੀਂ 5 ਸਾਲਾ ਯੋਜਨਾਵਾਂ ਸ਼ੁਰੂ ਕੀਤੀਆਂ ਸੀ, ਜਿਸ ਵਿੱਚ ਅਸੀਂ ਨਿਰਧਾਰਿਤ ਕਰਦੇ ਸੀ ਕਿ ਵੱਖ-ਵੱਖ ਖੇਤਰਾਂ ਵਿੱਚ ਜਿਵੇਂ ਖੇਤੀਬਾੜੀ, ਸਿੱਖਿਆ, ਇਹਨਾਂ ਖੇਤਰਾਂ ਵਿੱਚ ਕਿੰਨਾ ਵਿਕਾਸ ਕਰਨਾ ਹੈ ਅਤੇ ਕਿਵੇਂ ਕਰਨਾ ਹੈ। ਤਾਂ ਪਹਿਲੀ 5 ਸਾਲਾ ਯੋਜਨਾ ਜਿਹੜੀ ਸੀ 1951 ਵਿੱਚ ਸ਼ੁਰੂ ਹੋਈ ਸੀ ਅਤੇ ਇਹ 1956 ਤੱਕ ਚੱਲੀ ਸੀ। ਯੋਜਨਾ ਆਯੋਗ ਦੀ ਸਥਾਪਨਾ ਕਦੋਂ ਹੋਈ? ਭਾਰਤ ਵਿੱਚ ਆਰਥਿਕ ਯੋਜਨਾ ਕਦੋਂ ਸ਼ੁਰੂ ਹੋਈ? ਤਾਂ 1950 ਦੇ ਵਿੱਚ ਪਲੈਨਿੰਗ ਕਮਿਸ਼ਨ ਜਾਂ ਯੋਜਨਾ ਆਯੋਗ ਦੀ ਸਥਾਪਨਾ ਕੀਤੀ ਗਈ ਸੀ ਅਤੇ ਪ੍ਰਧਾਨ ਮੰਤਰੀ ਇਸ ਦਾ ਮੁਖੀ ਹੁੰਦਾ ਸੀ, ਅਤੇ 1951 ਵਿੱਚ ਪਹਿਲੀ 5 ਸਾਲਾ ਯੋਜਨਾ ਸ਼ੁਰੂ ਹੋਈ। ਵਰਤਮਾਨ ਸਮੇਂ ਕਿੰਨੀਆਂ 5 ਸਾਲਾ ਯੋਜਨਾਵਾਂ ਚੱਲ ਰਹੀ ਹੈ ਅਤੇ ਇਸ ਦਾ ਸਮਾਂ ਦੱਸੋ। ਤੋ ਹੁਣ 12ਵੀਂ 2012 ਤੋਂ ਲੈ ਕੇ 2017 ਤੱਕ 12ਵੀਂ 5 ਸਾਲਾ ਯੋਜਨਾ ਚੱਲ ਰਹੀ ਹੈ ਅਤੇ ਹੁਣ ਤੱਕ 12 ਯੋਜਨਾਵਾਂ ਲਾਗੂ ਕੀਤੀਆਂ ਜਾ ਚੁੱਕੀਆਂ ਹਨ। ਇੱਥੇ ਦੱਸਣਾ ਬਣਦਾ ਹੈ ਕਿ ਯੋਜਨਾ ਆਯੋਗ ਜਿਹੜਾ ਸੀ ਉਸ ਦਾ ਨਾਮ ਹੁਣ ਬਦਲ ਕੇ ਨੀਤੀ ਆਯੋਗ ਰੱਖ ਦਿੱਤਾ ਗਿਆ ਹੈ, ਪਰ ਕੰਮ ਉਹ ਉਸੇ ਤਰ੍ਹਾਂ ਹੀ ਕਰ ਰਹੇ ਹਨ। ਅਤੇ ਪਿਆਰੇ ਵਿਦਿਆਰਥੀਓ, ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਸੁਣਿਆ, ਦੁਹਰਾਇਆ ਗਿਆ। ਮੈਨੂੰ ਆਸ ਹੈ ਕਿ ਤੁਹਾਨੂੰ ਇਹ ਪ੍ਰਸ਼ਨ ਉੱਤਰ ਸਮਝ ਆ ਗਏ ਹੋਣਗੇ, ਅਤੇ ਇਹਨਾਂ ਨੂੰ 2-3 ਵਾਰ ਚੰਗੀ ਤਰ੍ਹਾਂ ਰਿਵਾਈਜ਼ ਕਰ ਲਓ ਤਾਂ ਕਿ ਜੇਕਰ ਇਹਨਾਂ ਵਿੱਚੋਂ ਪ੍ਰਸ਼ਨ ਪੇਪਰ ਵਿੱਚ ਆਉਂਦੇ ਹਨ ਤਾਂ ਤੁਸੀਂ ਇਹਨਾਂ ਨੂੰ ਲਿਖ ਕੇ ਚੰਗੇ ਨੰਬਰ ਲੈ ਸਕੋ। ਆਲ ਦਾ ਬੈਸਟ। ਥੈਂਕ ਯੂ।